ਸਾਹਿਬ ਨੂੰ ਜੈਮਸੀ ਦੀ ਜੈ ਮਸੀਹ। ਬਦਕਵਾਲ ਜੀ ਆਪਾਂ ਬਾਈਬਲ ਸਟੱਡੀ ਦਾ ਅਗਲਾ ਜੋ ਟੌਪਿਕ ਹੈ ਕਰ ਜੀ। ਰਹੇ ਹੈਗੇ ਆ ਤੇ ਜਿਹੜੇ ਪਵਿੱਤਰ ਆਤਮਾ ਦਾ ਫਲ ਆਪਾਂ ਦੇਖਿਆ 9 ਜ਼ਾਇਕੇ ਜਾਂ 9 ਸਵਾਦ ਹਾਂਜੀ ਆਪਾਂ ਠੀਕ ਹੈ। ਦੇਖੇ ਉਹ ਕੱਲਾ ਕੱਲਾ ਦੇਖ ਰਹੇ ਉਸ ਤੋਂ ਬਾਅਦ ਕੁਝ ਸਵਾਲ ਆਪਾਂ ਕੀਤੇ। ਹੁਣ ਅਗਲਾ ਸਵਾਲ ਜੋ ਹੈ ਫਲ ਦੇ ਉੱਪਰ ਹੀ ਪਵਿੱਤਰ ਆਤਮਾ ਦੇ ਫਲ ਦੀ ਕੀ ਇੰਪੋਰਟੈਂਸ ਹੈ, ਕੀ ਅਹਿਮੀਅਤ ਹੈ? ਹਾਂਜੀ ਅੱਛਾ ਜੀ, ਹਾਂਜੀ। ਠੀਕ ਹੈ। ਪਹਿਲੇ ਮਕਸਦ ਹੋ ਗਿਆ, ਹਾਂ ਪਰਪਸ, ਹਾਂ, ਤੇ ਮਕਸਦ। ਹੁਣ ਇੰਪੋਰਟੈਂਸ ਕੀ ਹੈ। ਇੰਪੋਰਟੈਂਸ ਦੀ ਹਾਂਜੀ ਬਹੁਤ ਹੀ ਅੱਛਾ ਹੈ ਕਿ ਹਰ ਚੀਜ਼ ਨੂੰ ਅਲੱਗ ਅਲੱਗ ਕਲਾਮ ਦੇ ਵਿੱਚ ਸਾਨੂੰ ਪਤਾ ਲੱਗ ਰਿਹਾ ਹੈ ਹਾਂਜੀ ਹਾਂਜੀ ਪਵਿੱਤਰ ਬਾਣੀ ਦੇ ਵਿੱਚੋਂ। ਸੋ ਜਿਹੜਾ ਆਤਮਾ ਦਾ ਫਲ ਜਿਹੜਾ ਹੈ ਉਹ ਸਾਡੀ ਜ਼ਿੰਦਗੀਆਂ 'ਚ ਮਸੀਹੀ ਜ਼ਿੰਦਗੀਆਂ ਲਈ ਕਿਉਂ ਜ਼ਰੂਰੀ ਹੈ ਨਾ। ਬਿਲਕੁਲ ਅੱਛਾ, ਇਹਨੂੰ ਵੀ ਕੋਈ ਅਸੀਂ ਪੁਆਇੰਟਾਂ 'ਚ ਹੀ ਲਿਖ ਲਈਏ। ਨੰਬਰ 1 ਜਿਹੜਾ ਹੈ ਕਿ ਇਹ ਆਤਮਾ ਦਾ ਫਲ ਜਿਹੜਾ ਹੈ ਸਾਡੀ ਪਰਸਨੈਲਿਟੀ ਜਾਂ ਸ਼ਖਸੀਅਤ ਨੂੰ ਤਬਦੀਲ ਕਰਦਾ ਹੈ। ਸਾਡੇ 'ਚ ਆਪਣਾ ਵੀ ਹੁੰਦਾ ਨਾ, ਸਾਡੀ ਪਰਸਨੈਲਿਟੀ ਹੈ ਉਹ ਤਾਂ ਬਦਲਦੀ ਨਹੀਂ, ਲੇਕਿਨ ਇਹ ਇੱਕ ਆਤਮਾ ਦਾ ਫਲ ਉਹਨੂੰ ਵੀ ਤਬਦੀਲ ਕਰ ਦਿੰਦਾ ਹੈ। ਉਹੀ ਪਤਰਸ ਜਿਹੜਾ ਗਤਸਮਨੀ ਬਾਗ ਦੇ ਵਿੱਚ ਮੁਲਫਸ ਇੱਕ ਹੈਗਾ ਸੀ, ਉਹ ਨੌਕਰ ਜਿਹੜਾ ਫੜਨ ਆਇਆ ਸੀ ਯਿਸੂ ਨੂੰ, ਤੇ ਉਹ ਪਤਰਸ ਨੇ ਤਲਵਾਰ ਕੱਢੀ, ਉਹਦਾ ਕੰਨ ਹੀ ਲਾ ਦਿੱਤਾ। ਇਹ ਉਹ ਪਤਰਸ ਹੈ ਜਿਹੜਾ ਕਹਿ ਲਓ ਕਿ ਉਹਦਾ ਕਰੈਕਟਰ ਸੀ ਹੈ, ਯਾਨੀ ਅਟੈਕਿੰਗ ਦੇ ਵਿੱਚ ਸੀ। ਹੁਣ ਓਫੈਂਸ, ਫਿਰ ਉਹ ਜਦੋਂ ਉਹਨੂੰ ਪਤਾ ਲੱਗ ਗਿਆ ਕਿ ਹੁਣ ਮੇਰੀ ਖਿਦਮਤ ਪੂਰੀ ਹੋ ਗਈ, ਤੇ ਕਹਿੰਦਾ ਯਾਰ ਗੱਲ ਇਹ ਹੈ ਕਿ ਮੈਨੂੰ ਹੁਣ ਪੁੱਠਾ ਟੰਗੋ, ਹੈ ਨਾ। ਮਤਲਬ ਬੜਾ ਉਹਦੇ, ਸੋ ਇਹ ਜਿਹੜਾ ਆਤਮਾ ਦਾ ਫਲ ਉਹਦੇ ਵਿੱਚ ਉਹਨੇ ਉਹਦੇ ਕਰੈਕਟਰ ਨੂੰ ਵੀ ਤਬਦੀਲ ਕਰ ਦਿੱਤਾ, ਯਾਨੀ ਠੀਕ ਹੈ। ਤੇ ਪਾਕ ਰੂਹ ਜਿਹੜਾ ਹੈ, ਜਦੋਂ ਅਸੀਂ ਆਪਣੇ ਆਪ ਨੂੰ ਅਧੀਨ ਕਰ ਦਿੰਦੇ ਹਾਂ ਉਹਦੇ ਅੱਗੇ, ਤੇ ਉਹ ਸਾਡੀ ਪਰਸਨੈਲਿਟੀ ਦੇ ਰਫ ਐਜਿਸ ਨਹੀਂ ਹੁੰਦੇ ਜਿਹੜੇ, ਉਹਨਾਂ ਨੂੰ ਸਮੂਥ ਕਰ ਦਿੰਦਾ। ਇਹਨੂੰ ਜ਼ਰਾ ਪੰਜਾਬੀ 'ਚ ਬਿਆਨ ਕਰ ਦਿਓ ਕਿ ਸਾਡੇ 'ਚ ਬੜੇ ਅਸੀਂ ਇੱਧਰ ਵੀ ਨੁੱਕਰ ਲੱਗੀ ਹੈ, ਕੋਈ ਆਇਆ ਉਹਨੂੰ ਵੀ ਅਸੀਂ ਠੋਕਰ ਦੇ ਦਿੱਤੀ, ਉੱਧਰ ਵੀ, ਤੇ ਉਹ ਉਹਨਾਂ ਨੂੰ ਨਾ ਗੋਲ ਕਰਕੇ ਸਮੂਥ ਕਰ ਦਿੰਦਾ। ਸੋ ਲੋਕ ਫਿਰ ਢੇਸਣਾ ਲਾ ਸਕਦੇ ਨੇ ਬਜਾਏ ਦੇ ਕੇ ਇਹਨੂੰ ਦੱਸੋ। ਕਹਿ ਸਕਦੇ ਹਾਂ ਜਿਹੜਾ ਰੁੱਖਾਪਨ ਹੁੰਦਾ, ਜਿਹੜਾ ਪਰਸਨੈਲਿਟੀ ਦੇ ਵਿੱਚ ਚੁੱਭਣ ਵਾਲਾ, ਜਿਹੜਾ ਦੂਸਰਿਆਂ ਨੂੰ ਚੁੱਭਣ ਵਾਲਾ, ਤਕਲੀਫ ਦਿੰਦਾ, ਉਹ ਜਿਹੜਾ ਰੁੱਖਾਪਨ ਹੈਗਾ ਉਹ ਦੂਰ ਹੋ ਜਾਂਦਾ ਹੈ, ਔਰ ਬੰਦਾ ਮੁਲਾਇਮ ਸਮੂਥ ਹੋ ਜਾਂਦਾ ਸੁਭਾਅ ਦੇ ਵਿੱਚ, ਹੈ ਨਾ। ਪਾਖਰੂ ਉਹ ਤਿੱਖੇ ਚੀਜ਼ਾਂ ਨੂੰ ਰੇਤੀ ਮਾਰ ਕੇ, ਫਾਈਲ ਮਾਰ ਕੇ ਤੇ ਗੋਲ ਕਰ ਦਿੰਦਾ, ਹੈ ਨਾ, ਫਿਰ ਉਹ ਚੁੱਭਦੀ ਨਹੀਂ ਸਾਰੀ। ਸੋ ਇਹ ਵੇਖ ਕੇ ਜਿਹੜਾ ਪਰਮੇਸ਼ਵਰ ਦਾ ਖੁਸ਼ੀ, ਆਨੰਦ, ਇਤਮੀਨਾਨ, ਜਾਂ ਜਿਹਨੂੰ ਕਹਿ ਲਓ ਸ਼ਾਂਤੀ ਜਾਂ ਮੁਹੱਬਤ ਜਾਂ ਪ੍ਰੇਮ, ਇਹ ਸਾਡੇ ਅੰਦਰੂਨੀ ਇਨਸਾਨ ਜਿਹੜਾ ਹੁੰਦਾ ਨਾ, ਇਨਰ ਮੈਨ ਨੂੰ ਮਜ਼ਬੂਤ ਬਣਾਉਂਦਾ ਹੈ, ਤਾਂ ਜੇ ਅਸੀਂ ਮੁਸ਼ਕਿਲ ਵੇਲੇ ਤਿਆਰ ਰਹਿ ਸਕੀਏ। ਠੀਕ ਹੋ ਗਈ ਕਿ ਯਾਨੀ ਕਿ ਇਫਸੀਓਂ 3:16, ਇਫਸੀਆਂ 3, ਅਫੀਸ਼ੀਅਨ ਚੈਪਟਰ 3:16 ਤੇ 2 ਕਰੰਥੀਅਨਸ ਚੈਪਟਰ 4:16, ਇਹ ਦੋ ਆਇਤਾਂ ਪੜ੍ਹ ਦਿਓ। ਯਾਨੀ ਪਰਮੇਸ਼ਵਰ ਦਾ ਆਨੰਦ, ਸ਼ਾਂਤੀ, ਪਿਆਰ ਸਾਡੇ ਅੰਦਰ ਦੇ ਇਨਸਾਨ ਨੂੰ ਮਜ਼ਬੂਤ ਬਣਾ ਇਸ ਲਈ ਦਿੰਦਾ ਹੈ ਕਿ ਅਸੀਂ ਮੁਸ਼ਕਿਲ ਦੇ ਵਿੱਚ ਤਿਆਰ ਰਹੀਏ, ਹੈ ਨਾ, ਪ੍ਰਪੇਅਰ ਹੋ ਜਾਈਏ। ਇਹ ਦੋ ਆਇਤਾਂ ਪਲੀਜ਼ ਪੜ੍ਹ ਦਿਓ। ਹਾਂਜੀ, ਇਫਸੀਆਂ 3:16 ਹਾਂਜੀ ਜੀ। ਉਸ ਵਿੱਚ ਲਿਖਿਆ ਹੈ ਕਿ ਉਹ ਆਪਣੇ ਪ੍ਰਤਾਪ ਦੇ ਧਨ ਅਨੁਸਾਰ ਤੁਹਾਨੂੰ ਇੱਕ ਦਾਨ ਕਰੇ, ਜੋ ਤੁਸੀਂ ਉਸ ਦੇ ਆਤਮਾ ਦੇ ਰਾਹੀਂ ਅੰਦਰਲੀ ਇਨਸਾਨੀਅਤ ਵਿੱਚ ਸਮਰੱਥਾ ਨਾਲ ਬਲਵੰਤ ਬਣੋ। ਹਾਂਜੀ ਹਾਂਜੀ ਜੀ, ਠੀਕ ਹੈ। ਤੇ ਹਾਲੇਲੂਇਆ। ਸੋ 2 ਕਰੰਥੀਅਨਸ 4:16 ਵੀ ਇਹੀ ਆਲਮੋਸਟ ਦੱਸ ਰਹੀ ਹੈ ਕਿ ਅਸੀਂ ਇਹ ਪਾਕ ਰੂਹ ਦਾ ਫਲ ਸਾਨੂੰ ਇਨਰ ਮੈਨ ਮਜ਼ਬੂਤ ਬਣਾਉਂਦਾ, ਤਾਂ ਜੇ
ਅੱਗੇ ਆਉਣ ਵਾਲੇ ਚੈਲੰਜਸ ਜਿਹੜੇ ਨੇ ਉਹਨਾਂ ਲਈ ਅਸੀਂ ਤਿਆਰ ਹੋ ਜਾਈਏ। ਠੀਕ। ਹਾਲੇਲੂਇਆ। ਹਾਂਜੀ, ਆਪਣਾ ਹੈ ਜੀ ਦੂਜਾ ਕਰੰਥੀਆਂ 4:16 ਵਿੱਚ ਇਸ ਤਰ੍ਹਾਂ ਲਿਖਿਆ ਹੈ ਜੀ, ਇਸ ਕਾਰਨ ਅਸੀਂ ਹੌਸਲਾ ਨਹੀਂ ਹਾਰਦੇ, ਸਗੋਂ ਭਾਵੇਂ ਸਾਡੀ ਬਾਹਰਲੀ ਇਨਸਾਨੀਅਤ ਨਾਸ਼ ਹੁੰਦੀ ਜਾਂਦੀ ਹੈ, ਪਰ ਅੰਦਰਲੀ ਇਨਸਾਨੀਅਤ ਦਿਨੋਂ ਦਿਨ ਨਵੀਂ ਹੁੰਦੀ ਜਾਂਦੀ ਹੈ। ਹਾਲੇਲੂਇਆ। ਠੀਕ ਹੈ। ਸੋ ਇਹ ਸਾਡੇ ਯਾਨੀ ਕਿ ਸ਼ਖਸੀਅਤ ਜਾਂ ਪਰਸਨੈਲਿਟੀ ਨੂੰ ਤਬਦੀਲ ਕਰਦਾ ਹੈ, ਅਤੇ ਨਾਲੇ ਪਰਮੇਸ਼ਵਰ ਜਿਹੜਾ ਹੈ, ਜਿਹੜਾ ਗਾਰਡਨਰ ਹੈ ਨਾ, ਉਹਦੇ ਉਹ ਆਨੰਦ, ਸ਼ਾਂਤੀ ਅਤੇ ਧੀਰਜ ਕਹਿ ਲਓ ਜਾਂ ਪਿਆਰ, ਇਸ ਜਿਹੜਾ ਕਿ ਇਹਦਾ ਪਾਕ ਰੂਹ ਦਾ ਫਰੂਟ ਹੈ ਨਾ, ਇਹ ਸਾਡੇ ਇਨਰ ਮੈਨ ਨੂੰ ਮਜ਼ਬੂਤ ਕਰਦਾ ਅਤੇ ਤਿਆਰ ਕਰਦਾ ਕਿ ਅੱਗੇ ਆਉਣ ਵਾਲੇ ਟਰਾਇਲਸ ਟ੍ਰਿਬੂਲੇਸ਼ਨ ਤੋਂ ਅਸੀਂ ਉਹ ਕੀ ਕਰੀਏ, ਮੁਕਾਬਲਾ ਕਰ ਸਕੀਏ ਅਤੇ ਜਿੱਤ ਪ੍ਰਾਪਤ ਕਰ ਸਕੀਏ। ਨੰਬਰ 1 ਤੇ ਇਹ ਸੀ ਕਿ ਨੰਬਰ 2 ਜਿਹੜਾ ਹੈਗਾ, ਇਹ ਸਾਨੂੰ ਪਵਿੱਤਰ ਆਤਮਾ ਦਾ ਫਲ ਦਾ ਇੰਪੋਰਟੈਂਸ ਕੀ ਹੈ, ਜਾਂ ਕੀ ਇੰਪੋਰਟੈਂਸ ਇਹ ਵੇ ਕਿ ਇਹ ਸਾਨੂੰ ਜੋਏ ਬਖਸ਼ਦਾ ਹੈ। ਦੇਖੋ, ਖੁਸ਼ੀ ਜਾਂਦੀ ਰਹਿੰਦੀ ਹੈ, ਲੇਕਿਨ ਜਿਹੜਾ ਸ਼ਾਦਮਾਨੀ ਹੈ, ਜਿਹਨੂੰ ਜੋਏ ਕਹਿੰਦੇ ਨੇ, ਉਹ ਨਹੀਂ ਜਾਂਦਾ ਭਾਵੇਂ ਕੁਝ ਹੋ ਜਾਏ। ਸੋ ਇਹ ਸਾਨੂੰ ਜੋਏ ਬਖਸ਼ਦਾ ਹੈ, ਹੈਪੀਨੈਸ ਜਾਂ ਖੁਸ਼ੀ ਨਹੀਂ। ਖੁਸ਼ੀ ਮੁਸੀਬਤ ਆਈ ਤੇ ਹੋ ਗਈ, ਤੇ ਇਹ ਜੋਏ ਬਖਸ਼ਦਾ ਹੈ ਕਿਉਂ ਜੇ ਹਰ ਮਸੀਹੀ ਜਿਹੜਾ ਇੱਕ ਰੂਹਾਨੀ ਜੰਗ ਵਿੱਚ ਇਨਵੋਲਵ ਹੈ। ਸੋ ਇਸ ਲਈ ਇਹ ਪਰਮੇਸ਼ਵਰ ਦਾ ਜੋਏ ਕਹਿ ਲਓ ਉਹਨੂੰ, ਖੁਸ਼ੀ, ਉਹ ਸਾਨੂੰ ਸ਼ਕਤੀ ਦਿੰਦੀ ਹੈ। ਠੀਕ ਹੈ। ਯਾਨੀ ਕਿ ਪ੍ਰੋਵਰਬਸ ਜਾਂ ਕਹਾਵਤਾਂ 17:22 ਲਿਖ ਲਓ, ਅਤੇ ਰੋਮੀਓ 15:13 ਲਿਖ ਲਓ, ਬਲਕਿ ਜ਼ਬੂਰ 63:7 ਲਿਖੋ। ਠੀਕ ਹੈ। ਜ਼ਬੂਰ 63:7, ਫਿਰ ਕਹਾਵਤਾਂ ਜਾਂ ਇਮਸਾਲ ਜਾਂ ਪ੍ਰੋਵਰਬਸ 17:22, ਅਤੇ ਫਿਰ ਰੋਮੀਓ 15:13। ਠੀਕ ਹੈ। ਇਹ ਦੇਖ ਲਓ, ਜੇ ਪੜ੍ਹ ਲਓ। ਇਹ ਨੰਬਰ 2 ਵੇ ਕਿ ਇਹ ਜਿਹੜਾ ਰੂਹ ਦਾ ਫਲ ਸਾਨੂੰ ਪਰਮੇਸ਼ਵਰ ਜਿਹੜਾ ਖੁਸ਼ੀ ਹੈ ਨਾ ਇਹਦੇ ਵਿੱਚ, ਹਾਂਜੀ, ਉਹ ਦਿੰਦਾ ਤਾਂ ਕਿ ਅਸੀਂ ਰੂਹਾਨੀ ਜੰਗ ਵਿੱਚ ਪਰੇਸ਼ਾਨ ਨਾ ਹੋਈਏ ਅਤੇ ਉਹਦੇ ਮੁਤਾਬਕ ਚੱਲੀਏ। ਇਹ ਆਇਤਾਂ ਕੁਛ ਪੜ੍ਹ ਦਿਓ ਜਿਹਦੇ ਨਾਲ ਸਾਨੂੰ ਇਹ ਤਸੱਲੀ ਹੋ ਜਾਏ ਕਿ ਖੁਦਾਵੰਦ ਨਾਲ ਹੀ ਹੈ। ਹਾਂਜੀ, ਬਿਲਕੁਲ ਜੀ। ਆਪਾਂ ਵਫ਼ਾਦਾਰ ਖੁਦਾ ਹੈ। ਜੀ, ਇਹ ਪੜ੍ਹਿਓ ਸਰ। ਰੋਮੀਆਂ 15:13 ਪੜ੍ਹਦੇ ਨੇ ਪਹਿਲਾਂ। ਹਾਂਜੀ, ਹਾਂਜੀ, ਉੱਥੇ ਹੀ ਚੱਲਣਾ। ਹਾਂਜੀ, ਇੱਥੇ ਪੜ੍ਹਦੇ ਨੇ। ਇੱਥੇ ਲਿਖਿਆ ਹੈ ਰੋਮੀਆਂ 15:13 ਵਿੱਚ, ਹੁਣ ਆਸ ਦਾ ਪਰਮੇਸ਼ਰ ਤੁਹਾਨੂੰ ਨਿਸ਼ਚਾ ਕਰਨ ਦੇ ਵਸੀਲੇ ਨਾਲ ਸਾਰੇ ਆਨੰਦ ਅਤੇ ਸ਼ਾਂਤੀ ਨਾਲ ਭਰ ਦੇਵੇ ਕਿ ਤੁਸੀਂ ਪਵਿੱਤਰ ਆਤਮਾ ਦੀ ਸਮਰੱਥਾ ਨਾਲ ਆਸ ਵਿੱਚ ਵੱਧਦੇ ਜਾਓ। ਠੀਕ ਹੈ। ਰੂਹਾਨੀ ਜੰਗ ਵਿੱਚ ਸਾਨੂੰ ਪਿੱਛੋਂ ਸਪਲਾਈ ਬੜੀ ਅੱਛੀ ਮਿਲ ਰਹੀ ਹੈ। ਵੱਧਦੇ ਚਲੇ ਜਾਓ। ਜਿਹੜਾ ਫੌਜੀ ਹੁੰਦਾ ਨਾ, ਉਹ ਫਿਰ ਗਾਂ ਮਾਰਚ ਹੀ ਕਰਦਾ ਹੈ ਨਾ। ਜੀ। ਅਤੇ ਹੁਣ ਆਪਾਂ ਪੜ੍ਹਦੇ ਨੇ ਜੀ ਪ੍ਰੋਵਰਬਸ, ਕਹਾਵਤਾਂ 17:22 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਜੀ, ਖੁਸ਼ ਦਿਲੀ ਦਵਾ ਵਾਂਗੂ ਚੰਗਾ ਕਰਦੀ ਹੈ। ਖੁਸ਼ ਦਿਲੀ। ਪਰ ਉਦਾਸ ਆਤਮਾ ਹੱਡੀਆਂ ਨੂੰ ਸੁਕਾਉਂਦੀ ਹੈ। ਠੀਕ ਹੈ। ਹਾਂਜੀ। ਅਤੇ ਖੁਸ਼ ਦਿਲੀ, ਇਹ ਅੰਦਰ ਖੁਸ਼ ਦਿਲੀ, ਇਹ ਆਪਣਾ ਮਤਲਬ ਰੂਹ ਦਾ, ਹਾਂਜੀ, ਜੋਏ ਇਹ ਦਿੰਦਾ ਤਾਂ ਕਿ ਹੱਡੀਆਂ ਨਾ ਸੁੱਕਣ, ਤਾਜ਼ਗੀ ਰਹੇ, ਉਹਨਾਂ 'ਚ ਗੁੱਦਾ ਬਣਿਆ ਰਵੇ। ਅਤੇ ਇਹਦਾ ਆਪੋਜ਼ਿਟ ਜੇ ਨਹੀਂ ਹੈ ਤੇ ਫਿਰ ਉਹ ਦੂਜਾ ਕੰਮ ਹੈਗਾ। ਅਤੇ ਇਹ ਵੀ ਇੱਕ ਰੂਹ ਦਾ ਫਲ ਹੈਗਾ ਆ। ਹਾਂਜੀ। ਅਤੇ ਬੰਦਾ ਮੁਸ਼ਕਿਲ ਦੇ ਵਿੱਚ ਵੀ ਖੁਸ਼ ਰਹਿੰਦਾ। ਖੁਸ਼ ਰਹਿਣ ਨਾਲ ਜਿਹੜੀ ਤਾਜ਼ਗੀ ਰਹਿੰਦੀ ਹੈ ਅਤੇ ਉਹ ਫਿਰ ਸਿਹਤ ਠੀਕ ਰਹਿੰਦੀ ਹੈ। ਅਤੇ ਨਾਲੇ ਰੂਹਾਨੀ ਜੰਗ 'ਚ ਫਿਰ ਸਾਨੂੰ ਪਿੱਛੋਂ ਸਪਲਾਈ ਮਿਲ ਰਹੀ ਹੈ, ਅਤੇ ਫਿਰ ਬੰਦਾ ਗਾਂ ਹੀ ਵੱਧਦਾ ਚਲਾ ਜਾਂਦਾ ਹੈ ਖੁਸ਼ੀ ਨਾਲ। ਹੱਡੀਆਂ ਸੁੱਕਦੀਆਂ ਮਤਲਬ ਕਿ ਸਿਹਤ ਕਮਜ਼ੋਰ ਹੋ ਸਕਦੀ ਹੈ। ਸਿਹਤ ਕਮਜ਼ੋਰ, ਖੁਸ਼ੀ ਜੇ ਨਾ ਹੋਵੇ, ਸਿਹਤ ਦੇ ਲਈ ਵੀ ਇਹ ਬਹੁਤ ਜ਼ਰੂਰੀ ਹੈ। ਹੱਡੀਆਂ ਦੀ ਬੋਸੀਦਗੀ, ਯਾਨੀ ਜਿਸ ਤਰ੍ਹਾਂ
ਬਸ ਹਾਲਤ ਹੀ ਕੋਈ ਨਹੀਂ ਜੀ ਸੌਰੀ ਹਾਂ ਨਹੀਂ ਠੀਕ ਹੈ ਬਹੁਤ ਹਾਂ ਹਾਂਜੀ ਆਪਾਂ ਪੜ੍ਹਦੇ ਹਾਂ ਜੀ ਸਾਮ ਭੋਜਨ ਮਜਬੂਰ 63 ਦਾ 7 ਉਸ ਵਿੱਚ ਇਸ ਤਰ੍ਹਾਂ ਲਿਖਿਆ ਹੈ ਕਿ ਕਿਦਾਂ ਜੋਏ ਹਾਂ ਹਾਂਜੀ 63 ਦੇ 7 ਦੇ ਵਿੱਚ ਜਬੂਰ 63 ਵਰਸ 7 ਹਾਂਜੀ ਜੀ ਉਸ ਵਿੱਚ ਲਿਖਿਆ ਹੈ ਤੂੰ ਤਾਂ ਮੇਰੇ ਸਹਾਇਕ ਹੋਇਆ ਤੇਰੇ ਖੰਭਾਂ ਦੀ ਛਾਂ ਹੇਠ ਮੈਂ ਜੈਕਾਰੇ ਗਜਾਵਾਂਗਾ ਹਾਂ ਮਤਲਬ ਹੈ ਉਹਦੀ ਪੂਰੀ ਸਪੋਰਟ ਹੈ ਜੋਏ ਹੈ ਪੂਰੀ ਸ਼ੈਲਟਰ ਹੈ ਹਨਾ ਸੋ ਤੀਸਰੀ ਇੱਕ ਹੋਰ ਚੀਜ਼ ਇਹ ਕਿਉਂ ਜ਼ਰੂਰੀ ਹੈ ਇੰਪੋਰਟੈਂਟ ਹੈ ਰੂਹ ਦਾ ਫਲ ਇਹ ਸਾਨੂੰ ਹੋਪ ਦਿੰਦਾ ਹੈ ਉਮੀਦ ਦਿੰਦਾ ਹੈ ਤੇ ਜਿਹੜੀ ਕਿ ਪਰਮੇਸ਼ਵਰ ਦੇ ਸ਼ਾਂਤੀ ਤੋਂ ਆਉਂਦੀ ਹੈ ਸੋ ਇਹ ਜਿਹੜਾ ਪਰਮੇਸ਼ਵਰ ਦੀ ਸ਼ਾਂਤੀ ਸਾਨੂੰ ਉਮੀਦ ਬਖਸ਼ਦੀ ਹੈ ਠੀਕ ਹੈ ਸੋ ਇਹ ਸਾਨੂੰ ਫਿਰ ਬਹੁਤ ਸਾਰੀਆਂ ਮੁਸ਼ਕਲਾਂ ਤੋਂ ਉਮੀਦ ਕੀ ਹੈ ਬਹੁਤ ਜ਼ਬਰਦਸਤ ਹੈ ਇੱਕ ਉਮੀਦ ਹੈ ਦੇਖੋ ਪਾਲੂਸ ਰਸੂਲ ਦੇ ਜਦੋਂ ਅਸੀਂ ਖੱਤ ਪੜ੍ਹਨੇ ਆ ਨਾ ਤੇ ਉਹਨਾਂ ਖੱਤਾਂ ਦੇ ਵਿੱਚ ਅਸੀਂ ਇੱਕ ਇਹ ਚੀਜ਼ ਦੇਖਨੇ ਆ ਕਿ ਇੱਕ ਤੇ ਉਹਨੂੰ ਇਹ ਵੇ ਕਿ ਉਮੀਦ ਹੈ ਯਾਨੀ ਹੁਣ ਵੀ ਇਸ ਜਹਾਨ ਵਿੱਚ ਵੀ ਤੇ ਆਂਦਾ ਜਹਾਨ ਵਿੱਚ ਕਿ ਮੈਂ ਕਿੱਥੇ ਜਾਣਾ ਸੈਕੰਡ ਉਹਨੂੰ ਜਿਹੜਾ ਹੈ ਨਾ ਕਿ ਉਹ ਮੁਹੱਬਤ ਵੀ ਰੱਖਦਾ ਹੈ ਪ੍ਰਭੂ ਯਿਸੂ ਨਾਲ ਜਿਹੜਾ ਨਹੀਂ ਰੋਮੀਓ 8 ਦੀ 35 ਤੋਂ 39 'ਚ ਕਹਿੰਦਾ ਕਿਹੜੀ ਸ਼ੈ ਮੈਨੂੰ ਮਸੀਹ ਦੀ ਮੁਹੱਬਤ ਤੋਂ ਜੁਦਾ ਕਰ ਸਕਦੀ ਹੈ ਤਲਵਾਰ ਨੰਗਪਨ ਫਲਾਣਾ 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 ਤੇ ਤੀਸਰੀ ਚੀਜ਼ ਕਿ ਉਹਨੂੰ ਪਤਾ ਹੈ ਭਈਆ ਇੱਕ ਦਿਨ ਮੈਨੂੰ ਅਦਾਲਤ ਦਾ ਸਾਹਮਣਾ ਕਰਨਾ ਪਏਗਾ ਯਿਸੂ ਦੇ ਕੋਲ ਮੈਨੂੰ ਜਵਾਬ ਦੇਣਾ ਪਏਗਾ ਦੂਸਰਾ ਕਰੰਥੀਆਂ 5 ਦੀ 10 ਹੈ ਨਾ ਹਾਂ ਤੇ ਰੋਮੀਓ 14 ਦੀ 12 ਇਹ ਸਾਰੀਆਂ ਚੀਜ਼ਾਂ 'ਚ ਉਹਨੂੰ ਇਹ ਸੀ ਖੌਫ ਸੀ ਕਿ ਮੈਂ ਉਹਦੇ ਸੋ ਇਹ ਜਿਹੜਾ ਨਾ ਇਹ ਪਰਮੇਸ਼ਵਰ ਦਾ ਹੋਪ ਇਹ ਸਾਨੂੰ ਨਾ ਬਹੁਤ ਸਾਰੀਆਂ ਮੁਸ਼ਕਲਾਂ ਤੋਂ ਇਸ ਲਈ ਬਚਾਉਂਦੀ ਹੈ ਕਿ ਮਿਸਾਲ ਦੇ ਤੌਰ ਤੇ ਸਾਡੀ ਆਰਗੂਮੈਂਟ ਹੁੰਦੀ ਹੈ ਨਾਤਫਾਕੀ ਹੋ ਜਾਂਦੀ ਹੈ ਤੇ ਪਾਕ ਰੂਹ ਦਾ ਇਹ ਫਲ ਜਿਹੜਾ ਹੈ ਇਹ ਸਾਨੂੰ ਸ਼ਾਂਤ ਕਰਦਾ ਹੈ ਯਾਨੀ ਇਤਮੀਨਾਨ ਵਿੱਚ ਰੱਖਦਾ ਹੈ ਤੇ ਪੁਰ ਉਮੀਦ ਹੋਣ ਦੇ ਲਈ ਸਾਡੀ ਮਦਦ ਕਰਦਾ ਹੈ ਕਿ ਨਾ ਘਬਰ ਇਹ ਜੋ ਵੀ ਹੋ ਰਿਹਾ ਹੈ ਤੇਰੇ ਲਈ ਅੱਗੇ ਫਿਊਚਰ ਵਿੱਚ ਕੁਝ ਚੰਗੀ ਗੱਲ ਹੈ ਤੇ ਇਹ ਸਾਨੂੰ ਨਾ ਫਿਰ ਉਹਨਾਂ ਚੀਜ਼ਾਂ ਦੇ ਉੱਤੇ ਜਿੱਤ ਪ੍ਰਾਪਤ ਕਰਨ ਦਾ ਮੌਕਾ ਦਿੰਦਾ ਹੈ ਬਹੁਤ ਸਾਰੇ ਹਵਾਲੇ ਨੇ ਜਿਸ ਤਰ੍ਹਾਂ ਯਸਾਇਆ 40 ਦੀ 31 ਹੈ ਤੇ ਯਰਮੀਆ 29 ਦੀ 11 ਹੈ ਤੇ ਅਬਰਾਨੀਓ 10 ਦੀ 23 ਸੋ ਇਹ ਤੀਸਰੀ ਗੱਲ ਹੈ ਕਿ ਹੋਪ ਕਾਹਦੇ ਲਈ ਦਿੰਦਾ ਤਾਂ ਜੇ ਅਸੀਂ ਇਹ ਹੋਰ ਦੁਨੀਆ ਵਿੱਚ ਇਹਨਾਂ ਚੀਜ਼ਾਂ ਤੋਂ ਬਚ ਕੇ ਕੰਟਰੋਲ ਵਿੱਚ ਰਹਿ ਸਕੀਏ ਹੈ ਨਾ ਠੀਕ ਹੈ ਹਾਂਜੀ ਹਵਾਲੇ ਲਿਖੇ ਦੇ ਨੇ ਤੁਹਾਡੇ ਹਾਂ ਹਾਂਜੀ ਲਿਖਿਆ ਹਾਲੇ ਪੜ੍ਹੇ ਹੈ ਨਹੀਂ ਜ਼ਿਆਦਾ ਇਹਦੇ ਵਿੱਚ ਅੱਛਾ ਹਾਂਜੀ ਹਾਂਜੀ ਸੋ ਇਹ ਦੇਖਣੇ ਆ ਕਿ ਸਾਨੂੰ ਗਿਫਟਸ ਹੋ ਹਾਂਜੀ ਹਾਲਾਤ ਉੱਤੇ ਕਾਬੂ ਦਿੰਦਾ ਹੈ ਪਵਿੱਤਰ ਆਤਮਾ ਦਾ ਫਲ ਹਾਂ ਪੜ੍ਹ ਲਈ ਜੀ ਕੋਈ ਹਾਂਜੀ ਕੋਈ ਦੇਖ ਲਓ ਹਾਂਜੀ ਰੋਮੀਆਂ 8 ਦੀ 35 ਤੋਂ ਕਿਹਾ ਸੀਗਾ ਉਮੀਦ ਬਖਸ਼ਦਾ ਹੈ ਨਾ ਉਹ ਸਾਨੂੰ ਹੋਪ ਦਿੰਦਾ ਹੈ ਕਿ ਭਈ ਔਰ ਇਹ ਪਰਮੇਸ਼ਵਰ ਦੀ ਸ਼ਾਂਤੀ ਸਾਨੂੰ ਹੋਪ ਦਿੰਦੀ ਹੈ ਹਾਂਜੀ ਇਹ ਜੀ ਬਹੁਤ ਜ਼ਰੂਰੀ ਹੈਗੀ ਆ ਜਿੱਦਾਂ ਆਪਾਂ ਬਾਰਡਰਸ ਦੀ ਗੱਲ ਕਰਦੇ ਹਾਂ ਔਰ ਇਹ ਆਸ ਦੀ ਬਹੁਤ ਜ਼ਰੂਰੀ ਹੈਗੀ ਆ ਬੰਦਾ ਬੇਆਸ ਨਾ ਹੋਵੇ ਇਹ ਮੇਰੀ ਆਸ ਹੈ ਤੇਰੇ ਉੱਤੇ ਆਈ ਹੋਵਾ ਇਹ ਬਹੁਤ ਜ਼ਰੂਰੀ ਹੈਗੀ ਕਦੀ ਨਾ ਹੋਵਣਗੇ ਸ਼ਰਮਿੰਦਾ ਹਾਂ ਆਪਾਂ ਦੇਖਿਆ ਹੈਗਾ ਸੱਚਾਈ ਆਪਾਂ ਦੇਖਿਆ ਜੋਏ ਵੀ ਬਹੁਤ ਜ਼ਰੂਰੀ ਹੈਗੀ ਆ ਹਾਂਜੀ ਪਰਸਨੈਲਿਟੀ ਦਾ ਬਦਲ ਜਾਣਾ ਇਹ ਵੀ ਬਹੁਤ ਜ਼ਰੂਰੀ ਹੈਗਾ ਹਾਂਜੀ ਤੇ ਕਰੈਕਟਰ ਸਮੂਥ ਹੋ ਜਾਂਦਾ ਸ਼ਾਂਤੀ ਦਿੰਦਾ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਰੂਰੀ ਹੈਗੀਆਂ ਹਾਂਜੀ ਤੇ ਹੋਪ ਵੀ ਆਪਾਂ ਦੇਖਿਆ ਔਰ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਰੂਰੀ ਹੈਗੀਆਂ ਹੁਣ ਆਪਾਂ ਹੋਪ ਦੇ ਵਿੱਚ ਜਿਹੜਾ ਰੋਮੀਆਂ 8 ਦੀ 35 ਤੋਂ ਪੜ੍ਹਦੇ ਹੈਗੇ ਆ ਜੀ 39 ਤੱਕ ਤੁਸੀਂ ਦੱਸਿਆ ਸੀ ਅੱਛਾ ਹਾਂ ਤੁਸੀਂ ਲਿਖ ਲਿਆ ਮੈਂ ਲਿਖਿਆ ਓਕੇ ਹਾਂਜੀ ਹਾਂਜੀ ਤੇ ਹਾਂਜੀ ਉਮੀਦ ਹਾਂ ਫਿਰ ਮੁਹੱਬਤ ਵਿੱਚ ਹਾਂਜੀ ਹਾਂਜੀ ਰੋਮੀਆਂ 8 ਦੀ 35 ਤੋਂ 39 ਲਿਖਿਆ ਕੌਣ ਸਾਨੂੰ ਮਸੀਹ ਦੇ ਪ੍ਰੇਮ ਤੋਂ ਅੱਡ ਕਰੇਗਾ ਕੌਣ ਕਰੇਗਾ ਯਾਰ ਹਾਂਜੀ
ਕੀ ਬਿਪਤਾ ਜਾਂ ਕਸ਼ਟ ਜਾਂ ਹਨੇਰਾ ਜਾਂ ਕਾਲ ਜਾਂ ਲੰਘ ਜਾਂ ਭੋਜਨ ਜਾਂ ਤਲਵਾਰ। ਹਾਂਜੀ, ਤੇ ਜਿਵੇਂ ਲਿਖਿਆ ਹੋਇਆ ਹੈ, ਅਸੀਂ ਤੇਰੇ ਲਈ ਦਿਨ ਭਰ ਜਾਨੋਂ ਮਾਰੇ ਜਾਂਦੇ ਹਾਂ, ਅਸੀਂ ਕੋਇਆਂ ਜਾਣਾ ਵਾਲੀਆਂ ਭੇਡਾਂ ਦੇ ਤੁਲ ਗਿਣੇ ਜਾਂਦੇ ਹਾਂ। ਸਗੋਂ ਇਹਨਾਂ ਸਭਨਾਂ ਗੱਲਾਂ ਵਿੱਚ ਉਹਦੇ ਦੁਆਰਾ ਜਿਹਨੇ ਸਾਡੇ ਨਾਲ ਪ੍ਰੇਮ ਕੀਤਾ ਸੀ, ਅਸੀਂ ਹੱਦੋਂ ਵੱਧ ਫਤਿਹ ਪਾਉਂਦੇ ਹਾਂ। ਤੇ ਕਿਉਂ ਜੋ ਮੈਨੂੰ ਪ੍ਰਤੀਤ ਹੈ ਕਿ ਨਾ ਮੌਤ, ਨਾ ਜੀਵਨ, ਨਾ ਦੂਤ, ਹਾਂਜੀ ਲਿਖਿਆ ਹੈਗਾ ਮੈਨੂੰ, ਹਾਂਜੀ, ਨਾ ਦੂਤ, ਨਾ ਹਕੂਮਤਾਂ, ਨਾ ਵਰਤਮਾਨ ਵਸਤਾਂ, ਨਾ ਹੋਣ ਵਾਲੀਆਂ ਵਸਤਾਂ, ਨਾ ਸ਼ਕਤੀਆਂ, ਨਾ ਉਚਾਈਆਂ, ਨਾ ਡੂੰਘਾਈਆਂ, ਨਾ ਕੋਈ ਹੋਰ ਸ੍ਰਿਸ਼ਟੀ ਪਰਮੇਸ਼ਰ ਦੇ ਉਸ ਪ੍ਰੇਮ ਤੋਂ ਜਿਹੜਾ ਮਸੀਹ ਯਿਸੂ ਵਿੱਚ ਸਾਡੇ ਪ੍ਰਭੂ ਵਿੱਚ ਹੈ ਸਾਨੂੰ ਅੱਡ ਕਰ ਸਕੇਗਾ। ਕਿੰਨੀ ਉਮੀਦ ਹੋ ਬਿਲਕੁਲ ਹੈ। ਕੀ ਬਾਤ ਹੈ, ਕੋਈ ਇਹਦੇ 'ਚ ਕੋਈ ਸ਼ੈ ਨਹੀਂ ਉਹਨੇ ਛੱਡੀ, ਲੇਕਿਨ ਉਹਨੂੰ ਹਮੇਸ਼ਾ ਦੀ ਜ਼ਿੰਦਗੀ ਇਟਰਨਲ ਲਾਈਫ ਉੱਤੇ ਹੈ ਕਿ ਇਹ ਤਾਂ ਗੱਲ ਹੀ ਕੋਈ ਨਹੀਂ। ਫਿਰ ਮੁਹੱਬਤ ਹੈ ਯਿਸੂ ਨਾਲ। ਫਿਰ ਉਹਨੂੰ ਇਹ ਵੀ ਹੈ ਨਾ, ਅਦਾਲਤ ਦਾ ਵੀ ਡਰ ਰਿਹਾ ਕਿ ਯਾਰ ਮੈਨੂੰ ਤਾਂ ਇੱਕ ਦਿਨ ਹਿਸਾਬ ਵੀ ਦੇਣਾ ਪੈਣਾ। ਇਹ ਗੱਲ ਹੈ। ਦੂਸਰਾ ਕਰੰਥੀਆਂ 5:10 ਵਿੱਚ ਹੈ ਨਾ ਕਿ ਜ਼ਰੂਰ ਹੈ ਕਿ ਸਾਨੂੰ ਸਾਰਿਆਂ ਨੂੰ, ਜਦੋਂ ਪਾਲੂ ਸਾਨੂੰ ਕਹਿ ਰਿਹਾ ਉਹ ਵੀ ਸ਼ਾਮਿਲ ਕਰ ਰਿਹਾ ਕਿ ਮਸੀਹ ਦੀ ਤਖਤੇ ਅਦਾਲਤ ਯਾਨੀ ਬੀਮਾ ਉੱਤੇ ਜਾ ਕੇ ਸਾਨੂੰ ਇਹਨਾਂ ਗੱਲਾਂ ਦਾ ਹਿਸਾਬ ਵੀ ਦੇਣਾ। ਜਦੋਂ ਚੜ ਚੁੱਕਿਆ ਜਾਏਗਾ, ਰੈਪਚਰ ਹੋਏਗੀ, ਉੱਥੇ ਇਹ ਬਲੀਵਰਸ ਦੀ ਜੱਜਮੈਂਟ ਹੋਏਗੀ। ਉਹਦੇ 'ਚ ਇਹ ਚੀਜ਼ਾਂ ਦੇਖੀਆਂ ਜਾਣਗੀਆਂ ਜਿਹਦੇ ਵਿੱਚ ਰਿਵਾਰਡ ਮਿਲਣਗੇ, ਬਹੁਤ ਮਿਲਣਗੇ, ਅਤੇ ਕਈਆਂ ਨੂੰ ਰਿਵਾਰਡ ਦਾ ਮਿਲਣਾ ਜਾਂ ਖੋਣਾ ਸ਼ਾਮਿਲ ਹੈ। ਸੌਰੀ ਠੀਕ ਹੈ। ਰੋਮੀਆਂ 14:12 ਵਿੱਚ ਇਸ ਦਾ ਕੁਝ ਲਿਖਿਆ ਹੈਗਾ, ਅਤੇ ਰੋਮੀਆਂ 14:12 ਵਿੱਚ ਲਿਖਿਆ ਹੈ ਜੀ, ਸੋ ਸਾਡੇ ਵਿੱਚ ਹਰੇਕ ਨੇ ਪਰਮੇਸ਼ਰ ਨੂੰ ਆਪਣਾ ਲੇਖਾ ਦੇਣਾ ਹੈ। ਤੁਸੀਂ ਨੋਟ ਕਰ ਰਹੇ? ਅੱਛਾ, ਮੈਂ ਬੋਲੀ ਜਾ। ਅੱਛਾ, ਹਾਂਜੀ, ਤੁਸੀਂ ਲੇਖਾ ਦੇਣਾ। ਹਾਂਜੀ, ਲੇਖਾ ਦੇਣਾ ਹੈ। ਹਾਂਜੀ, ਅਤੇ ਫਿਰ ਅੱਗੇ ਹੈ ਜੀ ਦੂਜਾ ਕਰੰਥੀਆਂ 5:10 ਲਿਖ ਰਹੀ ਹੈ ਜੀ। ਜੀ, ਅਤੇ ਕਿੰਨਾ ਕੁ ਪੜ੍ਹਨਾ ਜਾਂ ਕੁਛ ਅੱਗੇ ਹੋਰ ਹੈਗਾ? ਅਤੇ ਦੂਜਾ ਕਰੰਥੀਆਂ 5:10 ਵਿੱਚ ਇਸ ਤਰ੍ਹਾਂ ਲਿਖਿਆ ਹੈ ਜੀ, ਕਿਉਂ ਜੋ ਅਸਾਂ ਸਭਨਾਂ ਨੇ ਮਸੀਹ ਦੇ ਨਿਆਂ ਦੇ ਸੰਘਾਸਨ ਦੇ ਅੱਗੇ ਪ੍ਰਗਟ ਹੋਣਾ ਹੈ ਕਿ ਹਰੇਕ ਜੋ ਕੁਝ ਉਹਦੇ ਦੇਹ ਵਿੱਚ ਕੀਤਾ, ਭਾਵੇਂ ਭਲਾ ਭਾਵੇਂ ਬੁਰਾ, ਆਪੋ ਆਪਣੀਆਂ ਕਰਨੀਆਂ ਦੇ ਅਨੁਸਾਰ ਉਹਦਾ ਫਲ ਹੋ। ਹਾਂਜੀ, ਸੋ ਸਾਨੂੰ ਇਹ ਤੀਸਰਾ ਪੁਆਇੰਟ ਵਿੱਚ ਕਿ ਇਹ ਪਵਿੱਤਰ ਆਤਮਾ ਦਾ ਜਿਹੜਾ ਫਰੂਟ ਹੈ ਜਾਂ ਫਲ ਹੈ, ਇਹ ਸਾਨੂੰ ਪਰਮੇਸ਼ਵਰ ਦੀ ਸ਼ਾਂਤੀ ਦੇ ਨਾਲ ਸਾਡੇ 'ਚ ਉਮੀਦ ਪੈਦਾ ਕਰਦਾ ਹੈ, ਤਾਂ ਜੇ ਅਸੀਂ ਹੋਰ ਮੁਸ਼ਕਲਾਂ ਜਿਹੜੀਆਂ ਇਸ ਦੁਨੀਆ 'ਚ ਨੇ ਉਹਨਾਂ ਉੱਤੇ ਵੀ ਜਿੱਤ ਪ੍ਰਾਪਤ ਕਰ ਸਕੀਏ। ਅਤੇ ਇਹ ਇਬਰਾਨੀਓ 10 ਦੀ ਬਹੁਤ ਸਾਰੇ ਹਵਾਲੇ ਨੇ ਜਿਹੜੇ ਆਲਰੇਡੀ ਹੈਗੇ ਨੇ। ਠੀਕ ਹੈ, ਇੱਕ ਤਾਂ ਇਹ ਇੰਪੋਰਟੈਂਸ ਹੈ ਪਾਖਰੂ ਦੇ। ਇੱਕ ਹੋਰ ਇੰਪੋਰਟੈਂਸ ਇਹ ਵੀ ਕਿ ਲੌਂਗ ਸਫਰਿੰਗ ਜਿਹੜੀ ਹੁੰਦੀ ਹੈ ਨਾ, ਜਿਹਨੂੰ ਕਹਿ ਲਓ ਸਬਰ ਕਰਨਾ। ਠੀਕ ਹੈ, ਇਹ ਪਾਕ ਰੂਹ ਦਾ ਜਿਹੜਾ ਫਲ ਹੈ ਉਹ ਸਾਡੇ 'ਚ ਸਬਰ ਕਰਨਾ ਸਿਖਾਉਂਦਾ ਹੈ। ਸਬਰ ਕਰਨਾ ਸਿਖਾਉਂਦਾ ਹੈ, ਅਤੇ ਸਬਰ ਜਦੋਂ ਅਸੀਂ ਸਿੱਖ ਲੈਂਦੇ ਹਾਂ ਤਾਂ ਫਿਰ ਸਾਨੂੰ ਸ਼ਾਂਤੀ ਵੀ ਆਉਂਦੀ ਹੈ। ਠੀਕ ਹੈ, ਸਬਰ ਫਿਰ ਸ਼ਾਂਤੀ ਵੀ ਆਉਂਦੀ ਹੈ। ਇਫਸੀਆਂ ਦੇ ਵਿੱਚ ਅਗਰ ਤੁਸੀਂ ਕੁਝ ਆਇਤਾਂ ਨੋਟ ਕਰ ਲਓ, 4:2 ਅਤੇ ਕੁਲਸੀਓ 3:12 ਪੜ੍ਹ ਦਿਓ ਕਿ ਇਹ ਕਿਸ ਤਰੀਕੇ ਨਾਲ ਇਹ ਪਾਕ ਰੂਹ ਦਾ ਫਲ ਹੈ, ਸਬਰ ਸਿਖਾਉਂਦਾ ਹੈ। ਅਤੇ ਜਦੋਂ ਸਬਰ ਆ ਜਾਂਦਾ ਹੈ ਅਤੇ ਸ਼ਾਂਤੀ ਵੀ ਆਉਣ ਸ਼ੁਰੂ ਹੋ ਜਾਂਦੀ ਹੈ। ਹਾਂਜੀ, ਇਫਸੀਆਂ 4:2 ਵਿੱਚ ਇਸ ਤਰ੍ਹਾਂ ਲਿਖਿਆ ਹੈ ਜੀ, ਅਰਥਾਤ ਪੂਰਨ ਅਧੀਨਗੀ, ਨਿਰਮਾਈ ਅਤੇ ਧੀਰਜ, ਸਹਿਤ ਪ੍ਰੇਮ ਨਾਲ ਇੱਕ ਦੂਜੇ ਦੀ ਸਹਿ ਲਵੋ। ਹਾਂਜੀ ਜੀ, ਇਹ ਹੋ ਗਿਆ। ਹਾਂਜੀ, ਬਿਲਕੁਲ ਜੀ, ਅਤੇ ਇਹ ਇੱਕ ਦੂਸਰੇ ਦੀ ਸਹਿਣਾ ਸਿਖਾਉਂਦਾ ਹੈ। ਹਾਂਜੀ ਜੀ, ਹਾਂ। ਔਰ ਦੂਸਰਾ ਹੈ ਕੁਲਸੀਆਂ 3:12 ਦੇ ਵਿੱਚ। ਹਾਂਜੀ, ਉਹਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਜੀ, ਕੁਲਸੀਆਂ 3:12,
ਹਾਂਜੀ, ਸੋ ਤੁਸੀਂ ਪਰਮੇਸ਼ਰ ਦੀਆਂ ਚੁਣੀਆਂ ਹੋਈਆਂ ਵਾਂਗੂ ਜਿਹੜੇ ਪਵਿੱਤਰ ਅਤੇ ਪਿਆਰੇ ਹਨ, ਰਹਿਮ ਦਿਲੀ, ਦਿਆਲਗੀ, ਅਧੀਨਗੀ, ਨਰਮਾਈ ਅਤੇ ਧੀਰਜ ਨੂੰ ਪਹਿਨ ਲਓ। ਧੰਨ ਇਸੇ ਤਰੀਕੇ ਨਾਲ ਇੱਕ ਹੋਰ ਪਲੀਜ਼ ਪੜ੍ਹ ਦਿਓ, ਯਕੂਬ ਯਾਨੀ ਜੇਮਸ ਦਾ ਖੱਤ ਹੈ, ਯਕੂਬ ਦਾ ਖੱਤ ਉਹਦੀ ਪਹਿਲੇ ਦੀ 2-4 ਦੇ ਵਿੱਚ ਇਹ ਅਸੀਂ ਦੇਖ ਰਹੇ ਹਾਂ ਪਵਿੱਤਰ ਆਤਮਾ ਦਾ ਜਿਹੜਾ ਫਲ ਹੈ ਸਾਡੇ 'ਚ ਸਬਰ ਪੈਦਾ ਕਰਦਾ ਹੈ। ਅੱਛਾ, ਇਹ ਸਬਰ ਤੇ ਇਤਮੀਨਾਨ, ਧੀਰਜ, ਇਹ ਅੱਛੀ ਮਿੱਟੀ ਦੀ ਪੈਦਾਵਾਰ ਨਹੀਂ ਨੇ ਕਿ ਇਹਦੇ ਲਈ ਨਾ ਖੁਦਾ ਜਿਹੜਾ ਪਰਮੇਸ਼ਵਰ ਹੈ ਉਹ ਅਲਾਓ ਕਰਦਾ ਹੈ ਕਿ ਅਸੀਂ ਇਹਨਾਂ ਟਰਾਇਲਸ ਵਿੱਚੋਂ ਗੁਜ਼ਰੀਏ, ਹੈ ਨਾ, ਇਹਨਾਂ ਵਿੱਚੋਂ ਅਲਾਓ ਕਰਦਾ ਹੈ ਗੁਜ਼ਰੀਏ, ਤੇ ਤਾਂ ਕਿ ਅਸੀਂ ਇਸ ਸਬਰ ਦੇ ਨਾਲ ਫਿਰ ਧੀਰਜ ਆਉਂਦਾ ਹੈ, ਸ਼ਾਂਤੀ ਆਉਂਦੀ। ਸੋ ਇਹ ਅੱਛੀ ਇਹ ਨਹੀਂ ਬੈਠੇ ਬੈਠੇ ਆਉਂਦੀ, ਇਹ ਖੁਦਾ ਅਲਾਓ ਕਰਦਾ ਅਸੀਂ ਇਹਨਾਂ ਪਰਤਾਵਿਆਂ 'ਚੋਂ ਗੁਜ਼ਰੀਏ। ਜਿਸ ਤਰ੍ਹਾਂ ਫੌਜੀ ਟ੍ਰੇਨਿੰਗ ਹੁੰਦੀ ਹੈ, ਆਰਮੀ ਵਾਲੇ ਬੈਠੇ ਦੇ ਨੇ ਤੇ ਉਹ ਪਹਿਲੇ ਰਿਹਰਸਲ ਕਰਾਉਂਦੇ ਨੇ, ਹੈ ਨਾ, ਕੰਡਿਆਂ ਦੀਆਂ ਤਾਰਾਂ ਵਿੱਚੋਂ, ਇਹ ਬੜਾ ਤਕਲੀਫ ਦੇ ਕੰਮ ਹੁੰਦਾ ਹੈ, ਲੇਕਿਨ ਉਹ ਸੀਜ਼ਨਡ ਹੋ ਜਾਂਦੇ ਨੇ। ਇਸ ਤਰ੍ਹਾਂ ਹੀ ਖੁਦਾ ਅਲਾਓ ਕਰਦਾ। ਸੋ ਪਲੀਜ਼ ਇਹ ਵੀ ਪੜ੍ਹ ਦਿਓ। ਇਹ ਜਿਹੜਾ ਨਾ ਇਹ ਖੁਸ਼ੀ ਦੀ ਗੱਲ ਹੈ। ਇਹਨੂੰ ਇਹ ਨਹੀਂ ਕਹਿਣਾ ਜੇ ਬਲੀਵਰਸ ਉੱਤੇ ਇਹ ਚੀਜ਼ਾਂ ਆ ਰਹੀਆਂ ਨੇ ਤਾਂ ਕਹਿ ਰਿਹਾ ਕਿ ਰੱਬ ਮੈਨੂੰ ਛੱਡ ਗਿਆ, ਨਹੀਂ। ਇਹ ਸਬਰ ਦੇ ਨਾਲ ਸ਼ਾਂਤੀ ਆਉਂਦੀ ਹੈ, ਅਸੀਂ ਮੈਚਿਓਰ ਹੁੰਦੇ ਹਾਂ। ਠੀਕ ਹੈ ਜੀ, ਇਹ ਪੜ੍ਹ ਦਿਓ ਯਕੂਬ ਦੇ ਵਿੱਚ ਜੀ। ਜੇਮਸ ਹਾਲੇਲੂਇਆ। ਉਹਦੀ ਆਪਣੇ ਪਹਿਲੇ ਦੀ 2-4 ਵਿੱਚ ਇਸ ਤਰ੍ਹਾਂ ਲਿਖਿਆ ਹੈ ਜੀ, ਯਕੂਬ, ਹਾਂਜੀ, ਯਕੂਬ ਪਹਿਲੇ ਦੀ 2-4। ਹੇ ਮੇਰੇ ਭਰਾਵੋ, ਜਦੋਂ ਤੁਸੀਂ ਭਾਂਤ ਭਾਂਤ ਦੇ ਪਰਤਾਵਿਆਂ ਵਿੱਚ ਪਵੋ ਤਾਂ ਉਸ ਨੂੰ ਪੂਰਨ ਆਨੰਦ ਦੀ ਗੱਲ ਜਾਣੋ। ਇਹ ਨਹੀਂ ਜੇ ਮਾਰੇ ਗਏ ਲੁੱਟੇ ਗਏ, ਹਾਂਜੀ, ਇਹ ਪਾਕ ਰੂਹ ਦਾ ਫਲ ਹੀ ਹੈ। ਕਿਉਂ ਟ੍ਰੇਨਿੰਗ ਹੈ। ਕਿਉਂ ਜੋ ਤੁਸੀਂ ਜਾਣਦੇ ਹੋ ਕਿ ਤੁਹਾਡੀ ਨਿਸ਼ਚਾ ਦੀ ਪ੍ਰੀਖਿਆ ਧੀਰਜ ਬਣਾਉਂਦੀ ਹੈ, ਅਤੇ ਧੀਰਜ ਦੇ ਕੰਮ ਨੂੰ ਪੂਰੀਆਂ ਹੋ ਲੈਣ ਦਿਓ, ਅਤੇ ਤੁਸੀਂ ਸਿੱਧ ਤੇ ਸੰਪੂਰਨ ਹੋਵੋ ਅਤੇ ਤੁਹਾਨੂੰ ਕਿਸੇ ਗੱਲ ਦਾ ਘਾਟਾ ਨਾ ਹੋਵੇ। ਬਿਲਕੁਲ ਜੀ। ਸੋ ਧੀਰਜ ਨਾਲ ਬਣੇ ਰਹੋ ਤੇ ਪੂਰਾ ਫਿਰ ਘਾਟਾ ਨਹੀਂ ਹੋਏਗਾ ਕਿਉਂਕਿ ਟ੍ਰੇਨਿੰਗ ਹੋਈ ਹੈ। ਸੋ ਇਹਦੇ ਲਈ ਖੁਦਾ ਫਿਰ ਕਰਦਾ। ਹੁਣ ਅਸੀਂ ਅੱਗੇ ਵੀ ਕਈ ਵਾਰੀ ਮਿਸਾਲਾਂ ਦੇ ਬੈਠੇ ਹਾਂ ਕਿ ਪ੍ਰਭੂ ਜੀ ਸਾਨੂੰ ਪਿਓਰ ਕਰ ਦਿਓ। ਪਿਓਰ ਮੀਨਸ ਕੀ ਕਰ ਦਿਓ, ਜੇ ਸੋਨਾ ਜਿਹੜਾ ਹੈ ਨਾ ਉਹ ਪਿਓਰ ਹੋ ਜਾਂਦਾ ਹੈ ਤੇ ਇੰਪਿਓਰਿਟੀਜ਼ ਉਹਦੀਆਂ ਕੀ ਕਹਿੰਦੇ ਨੇ, ਕਚਰਾ ਮਚਰਾ ਨਿਕਲ ਜਾਂਦਾ ਹੈ, ਉਹਦੀ ਖੋਟ ਜਾਂ ਉਹਦੀ ਖੋਟ ਇਹ, ਤੇ ਉਹ ਫਿਰ ਜਦੋਂ ਭੱਠੀ 'ਚ ਪਾਉਂਦਾ ਨਾ ਸਾਡੇ ਫਾਇਦੇ ਲਈ, ਉਦੋਂ ਫਿਰ ਅਸੀਂ ਡਾਢਾ ਮਾਰ ਮਾਰ ਰੋਂਦੇ ਹਾਂ। ਪਹਿਲੇ ਤਾਂ ਕਹਿੰਦੇ ਹਾਂ ਸੋਨਾ ਬਣਾ ਦਿਓ, ਉਹਦਾ ਮਤਲਬ ਹੈ ਬੈਠੇ ਬੈਠੇ ਹੀ ਸੋਨਾ ਬਣ ਜਾਈਏ, ਨਹੀਂ। ਉਹ ਜਦੋਂ ਫਿਰ ਭੱਠੀ 'ਚ ਪਾਉਂਦਾ ਹੈ ਤੇ ਫਿਰ ਡਾਢਾ ਮਾਰਨੇ ਆ, ਉਹ ਖੁਦਾਇਆ ਕੀ ਕੀਤਾ, ਕੱਢ ਸਾਨੂੰ ਕੱਢ। ਉਹ ਕਹਿੰਦਾ ਨਹੀਂ ਪਿਓਰ ਕਰਨ ਦੇ ਮੈਨੂੰ ਥੋੜ੍ਹਾ ਜਿਹਾ ਜੀ, ਸਾਰੀ ਜੀ ਜੀ ਜੀ। ਸੋ ਇਹ ਇੱਕ ਚੌਥੀ ਗੱਲ ਇਹ ਵੇ ਕਿ ਰੂਹ ਦਾ ਫਲ ਜਿਹੜਾ ਹੈ ਉਹ ਸਾਡੇ ਧੀਰਜ ਤੇ ਕਰਦਾ ਤਾਂ ਕਿ ਸ਼ਾਂਤੀ ਇਹਦੇ ਵਿੱਚ, ਤੇ ਇਹ ਜਿਹੜੀਆਂ ਗੱਲਾਂ ਨੇ ਇਹਦੇ। ਅੱਛਾ, ਇੱਕ ਹੋਰ ਇਹਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਨਾ, ਇਸ ਕਰਕੇ ਪੜ੍ਹਨਾ ਹਾਂਜੀ, ਇੰਪੋਰਟੈਂਟ ਹੈ। ਕਿਉਂ ਇੰਪੋਰਟੈਂਟ ਹੈ? ਪੰਜਵਾਂ ਇਹ ਵੇ ਕਿ ਪਾਕ ਰੂਹ ਦਾ ਫਲ ਜਿਹੜਾ ਹੈ ਉਹ ਸਾਨੂੰ ਵਫਾਦਾਰ ਬਣਾਉਂਦਾ ਹੈ। ਠੀਕ ਹੈ, ਵਫਾਦਾਰ ਹੀ ਹੈ ਨਾ। ਤੇ ਬਾਈਬਲ ਜਾਂ ਪਵਿੱਤਰ ਦੀ ਬਾਣੀ ਜਿਹੜੀ ਹੈ ਉਹ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਅਜ਼ਮਾਇਸ਼ ਦਾ ਜਾਂ ਪਰਤਾਵਿਆਂ ਦਾ ਮੁਕਾਬਲਾ ਕਰਕੇ ਵੀ ਵਫਾਦਾਰ ਰਹਿ ਸਕਦੇ ਹਾਂ। ਯਾਨੀ ਇਹ ਗਿਫਟ ਆ ਗਿਆ, ਅਸੀਂ ਜੀ ਵਫਾਦਾਰ ਹਾਂ, ਲੇਕਿਨ ਪਰਤਾਵਿਆਂ ਦੇ ਵਿੱਚੋਂ ਗੁਜ਼ਰ ਕੇ ਵੀ ਅਸੀਂ ਵਫਾਦਾਰ ਰਹਿ ਸਕਦੇ ਹਾਂ। ਇਹ ਗਿਫਟ ਜਿਹੜਾ ਹੈ ਸਾਨੂੰ ਦੱਸਦਾ ਹੈ, ਕਿਉਂਕਿ ਖੁਦਾ ਜਿਹੜਾ ਹੈ ਉਹ ਖੁਦ ਹੀ ਵਫਾਦਾਰ ਹੈ। ਪਹਿਲੇ ਤਾਂ ਇਹ ਵੀ ਖੁਦਾ ਵਫਾਦਾਰ ਹੈ, ਇਸ ਲਈ ਸਾਨੂੰ ਵੀ ਉਹ ਵਫਾਦਾਰ ਬਣਾਉਣਾ ਚਾਹੁੰਦਾ ਹੈ ਇਹਨਾਂ ਗਿਫਟ ਦੇ ਥਰੂ। ਸੋ ਪਹਿਲਾ ਕਰੰਥੀਆਂ 10:13 ਬੜੀ ਖੂਬਸੂਰਤ ਆਇਤ ਹੈ, ਇਹਨੂੰ ਪੜ੍ਹ ਦਿਓ। ਤੇ ਇਹ ਜਦੋਂ ਸਾਨੂੰ ਵਫਾਦਾਰ ਬਣਾ ਰਿਹਾ ਹੁੰਦਾ ਨਾ, ਗੱਲ ਉਹੀ ਆ ਜਾਂਦੀ ਹੈ। ਤੇ ਨਾਲੇ ਉਹਨੂੰ ਪਤਾ ਹੈ
ਕਿ ਉਸ ਅਜ਼ਮਾਇਸ਼ ਵਿੱਚੋਂ, ਪਰਤਾਵੇ ਵਿੱਚੋਂ ਕੱਢਣ ਦਾ ਰਾਹ ਵੀ ਰੱਖਿਆ ਹੁੰਦਾ ਹੈ। ਉਨੀ ਨਹੀਂ ਪਾਉਂਦਾ ਜਿੰਨੀ ਸਾਡੀ ਬਰਦਾਸ਼ਤ ਤੋਂ ਬਾਹਰ ਹੋਏ। ਠੀਕ ਹੈ। ਹਾਂ, ਉਹਨਾਂ ਨਹੀਂ ਪਾਉਂਦਾ ਜਿੰਨਾ ਮੋਰ ਕੇ ਬਚ ਨਿਕਲਣਾ ਹੋਵੇ। ਜੀ, ਇਹ ਪੜ੍ਹਨ ਜੀ, ਉਹਨੂੰ ਰਾਹ ਪਹਿਲੇ ਪਤਾ, ਉਹਦੇ ਲਈ ਕੋਸ਼ਿਸ਼ ਕਰਨੀ। ਹਾਂ, ਉਹਨੇ ਕੱਢਿਆ ਹੁੰਦਾ ਕਿ ਇਸ ਬੰਦੇ ਦੀ ਕੀ ਕੈਪੈਸਿਟੀ ਹੈ। ਹਾਂ, ਹੈ ਬਿਲਕੁਲ। ਸੋ ਇਹਦਾ ਔਰ ਮਤਲਬ ਨਾਲੇ ਉਹਨੇ ਆਪਣੇ ਨਾਮ ਵੀ ਜਲਾਲ ਦੇਣਾ। ਨਾਲ ਹੀ ਹੁੰਦਾ ਹੈ। ਦੇਖੋ ਨਾ, ਸਿਦਰਕ ਮੇਸਕ ਅਬਦੁਲ ਨਜੂਮ, ਡੈਨੀਅਲ ਦੀ ਕਿਤਾਬ ਵਿੱਚ ਅਬਰਾਨੀ ਡੈਨੀਅਲ ਦੇ 3 ਦੋਸਤ ਸਨ, ਉਹਨੂੰ ਅੱਗ ਦੀ ਭੱਠੀ 'ਚ ਪਾ ਦਿੱਤਾ ਤੇ ਉਹਨਾਂ ਨੇ ਸਟੈਂਡ ਲੈ ਲਿਆ ਕਿ ਆਏ ਬਾਦਸ਼ਾਹ ਨਬੂਕਤ ਨਜ਼ਰ ਬਾਦਸ਼ਾਹ, ਅਸੀਂ ਨਹੀਂ ਉਹ ਇਹਦੇ ਅੱਗੇ ਮੱਥਾ ਟੇਕਣਾ ਮੂਰਤੀ ਅੱਗੇ, ਸਾਡਾ ਰੱਬ ਸਾਨੂੰ ਬਚਾਏਗਾ। ਉਹ ਜੇ ਨਹੀਂ ਵੀ ਬਚਾਏਗਾ ਨਾ, ਆਪਾਂ ਨਹੀਂ ਮੱਥਾ ਟੇਕਣਾ। ਤੇ ਉੱਥੇ ਹੀ ਉਹਨਾਂ ਨੂੰ ਸੁੱਟ ਦਿੱਤਾ ਗਿਆ ਔਰ ਉੱਥੇ ਹੀ ਯਸੂ ਆ ਪ੍ਰਗਟ ਹੋ ਗਿਆ। ਹੁੰਦਾ ਨਾਲ ਹੀ ਜੇ। ਲੇਕਿਨ ਇਹ ਵੀ ਹੁਣ ਟਾਪਿਕ ਨਿਕਲਿਆ, ਇਸ ਲਈ ਉਹ ਬਾਜ਼ ਔਕਾਤ ਵਿਸ਼ਵਾਸੀ ਕਹਿੰਦੇ ਨੇ ਯਾਰ ਇਹ ਪਰਤਾਵੇ ਆਏ ਨੇ, ਇਹ ਕਿੱਥੇ ਚਲਾ ਗਿਆ। ਉਹ ਆਪਣੇ ਆਪ ਨੂੰ ਵਿਡਰਾ ਕਰਕੇ ਇੱਕ ਚੀਜ਼ ਵੇਖ ਰਿਹਾ ਹੁੰਦਾ ਹੈ, ਨਾਲ ਹੀ ਹੁੰਦਾ ਹੈ ਕਿ ਇਹਨਾਂ ਦੇ ਦਿਲਾਂ 'ਚ ਕੀ ਵਿਚਾਰ ਚੱਲ ਰਹੇ ਨੇ, ਹੈ ਨਾ। ਬਹੁਤ ਹਵਾਲੇ ਨੇ, ਲੇਕਿਨ ਠੀਕ ਹੈ। ਸੋ ਆਪਾਂ ਪੜ੍ਹ ਦਾਂਗੇ ਕਿ ਪਰਮੇਸ਼ਵਰ ਵਫਾਦਾਰ ਹੈ, ਇਸ ਲਈ ਉਹ ਚਾਹੁੰਦਾ ਅਸੀਂ ਵੀ ਵਫਾਦਾਰ ਹੋਈਏ ਖੁਦਾ ਦੀ ਖਿਦਮਤ ਵਿੱਚ। ਚੂਰੀ ਖਾਣ ਵਾਲੇ ਮਜਨੂ ਨਾ ਬਣੀਏ, ਖੂਨ ਦੇਣ ਵਾਲੇ ਮਜਨੂ ਬਣੀਏ, ਹੈ ਨਾ। ਹਾਂ, ਸੋ ਪਹਿਲਾ ਕਰੰਥੀਆਂ 10:13 ਸਰ ਪੜ੍ਹ ਦਿਓ, ਬੜੀ ਖੂਬਸੂਰਤ ਆਇਤ ਹੈ। ਇਸ ਲਈ ਸਾਨੂੰ ਡਰਨਾ ਕੀ ਹੈ, ਉਹ ਨਾਲ ਹੀ ਹੈ। ਪਹਿਲਾ ਕਰੰਥੀਆਂ 10:13 ਪੜ੍ਹਦੀ ਜੀ। ਓਕੇ ਜੀ। ਉਸ ਵਿੱਚ ਲਿਖਿਆ ਹੈ, ਤੁਹਾਡੇ ਉੱਤੇ ਇਹੋ ਜਿਹਾ ਕੋਈ ਪਰਤਾਵਾ ਨਹੀਂ ਪਿਆ ਜੋ ਮਨੁੱਖ ਤੋਂ ਨਹੀਂ ਝੱਲਿਆ ਜਾਂਦਾ, ਪਰੰਤੂ ਪਰਮੇਸ਼ਰ ਵਫਾਦਾਰ ਹੈ ਜੋ ਤੁਹਾਨੂੰ ਤੁਹਾਡੀ ਸ਼ਕਤੀਓਂ ਬਾਹਰ ਤੁਹਾਨੂੰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ। ਅੱਛਾ। ਸਗੋਂ ਪਰਤਾਵੇ ਦੇ ਨਾਲ ਹੀ ਬਚ ਜਾਣ ਦਾ ਉਪਾਅ ਵੀ ਕੱਢ ਦੇਵੇਗਾ ਕਿ ਤੁਸੀਂ ਝੱਲ ਸਕੋ। ਠੀਕ ਹੈ। ਸੋ ਇਹ ਜਿਹੜਾ ਵਫਾਦਾਰੀ ਹੈ, ਇੱਕ ਇਨਸਾਨ ਦੇ ਕਰੈਕਟਰ ਦੀ ਬਹੁਤ ਵੱਡੀ ਖੂਬੀ ਹੈ। ਠੀਕ ਹੈ। ਸੋ ਟਾਈਮ ਵੀ ਹੋ ਜਾ ਰਿਹਾ ਹੈ। ਸੋ ਇੱਕ 6ਵੀਂ ਚੀਜ਼ ਆਪਾਂ ਇਹਦੀ ਇੰਪੋਰਟੈਂਸ ਜਾਂ ਇਹ ਕਿਉਂ ਜ਼ਰੂਰੀ ਹੈ, ਪਾਕ ਰੂਹ ਦਾ ਫਲ ਵਿਸ਼ਵਾਸੀ ਦੀ ਜ਼ਿੰਦਗੀਆਂ 'ਚ ਇੰਪੋਰਟੈਂਸ ਦੀ ਗੱਲ ਹੋ ਰਹੀ ਹੈ ਨਾ ਜੀ। ਉਹ ਇਹ ਵੇ ਕਿ ਪਾਕ ਰੂਹ ਦਾ ਫਲ ਜਿਹੜਾ ਹੈ ਸਾਡੇ ਵਿੱਚੋਂ ਸੈਲਫਿਸ਼ਨੈਸ ਜਿਹੜੀ ਹੁੰਦੀ ਹੈ ਨਾ, ਜਿਹਨੂੰ ਕਹਿ ਲਓ ਕਿ ਖੁਦ ਗਰਜ਼ੀ ਹੈ, ਸੈਲਫਿਸ਼ ਬੰਦਾ ਹੁੰਦਾ ਨਾ, ਉਹਨੂੰ ਕੱਢ ਕੇ ਉਹ ਸੈਲਫਲੈਸਨੈਸ ਪੈਦਾ ਕਰ ਦਿੰਦਾ, ਯਾਨੀ ਕਿ ਫਰਾਖ ਦਿਲੀ ਪੈਦਾ ਕਰ ਦਿੰਦਾ। ਯਾਨੀ ਪਹਿਲੇ ਅਸੀਂ ਸੈਲਫਿਸ਼ ਹੁੰਦੇ ਹਾਂ, ਫਿਰ ਉਹਨੂੰ ਕੱਢ ਕੇ ਇਹ ਪਾਕ ਰੂਹ ਦਾ ਫਲ ਸਾਨੂੰ ਜਿਹੜਾ ਹੈ ਉਹ ਸਾਡੇ ਅੰਦਰ ਫਰਾਖ ਦਿਲੀ ਹੁੰਦੀ ਹੈ। ਫਿਰ ਬਲੈਸ ਮੀ ਵਾਲਾ ਨਹੀਂ, ਫਿਰ ਅਸੀਂ ਲੋਕਾਂ ਨੂੰ ਬਲੈਸ ਕਰਨੇ ਆ। ਇਹ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਇਸ ਪਾਕ ਰੂਹ ਦੇ ਫਲ ਦੀ, ਹੈ। ਅਕਸਰ ਤੇ ਅਸੀਂ ਕਹਿੰਦੇ ਹਾਂ ਬਲੈਸ ਮੀ ਨੋ, ਇਹ ਹੈ। ਤੇ ਇਹ ਸਾਨੂੰ ਉਸ ਖੁਦਗਰਜ਼ੀ ਤੋਂ ਬਚਾਉਂਦਾ ਹੈ ਇਹ ਫਲ, ਤੇ ਸਾਡੇ ਵਿੱਚ ਉਹਦਾ ਜਿਹੜਾ ਅਸਲੀ ਹੈ, ਯਾਨੀ ਕਿ ਸਾਡੇ ਵਿੱਚ ਫਰਾਖ ਦਿਲੀ ਪੈਦਾ ਕਰ ਦਿੰਦਾ। ਬਜਾਏ ਲਾਲਚ ਦੇ ਬੰਦਾ ਇੰਝ ਹੈ ਨਾ, ਫਿਰ ਉਹ ਇੰਝ ਹੀ ਕਰਦਾ। ਦੇਖੋ ਕਿੰਨੀ ਵੱਡੀ ਤਬਦੀਲੀ ਹੈ, ਇਹ ਇੰਪੋਰਟੈਂਟ ਸਿਖਾਉਂਦਾ ਹੈ। ਯਾਨੀ ਸੈਲਫਿਸ਼ਨੈਸ ਤੋਂ ਸੈਲਫਲੈਸਨੈਸ ਆ ਜਾਂਦੀ ਹੈ। ਠੀਕ ਹੈ। ਅੱਛਾ, ਉਹ ਇਹਦਾ ਜਿਹੜੇ ਨੇ ਨਾ ਹਵਾਲੇ, ਉਹ ਪਹਿਲਾ ਕਰੰਥੀਆਂ 10:24, ਫਸਟ ਕਰੰਥੀਅਨਸ ਚੈਪਟਰ 10 verse 24, ਫਿਰ ਫਿਲਿਪੀਅਨ ਚੈਪਟਰ 2 verse 4, ਫਿਰ ਫਸਟ ਥੈਸਲੋਨੀਅਨ ਪਹਿਲਾ ਥੈਸਲਨੀਕੀਆਂ 5:15, ਤੇ ਫਸਟ ਪੀਟਰ ਚੈਪਟਰ 3 verse 8। ਇਹ ਕਲਾਮ ਦੱਸਦਾ ਹੈ ਇਹਨਾਂ ਵਰਸਿਸ ਦੇ ਥਾਈਂ ਕਿ ਆਹ ਚੀਜ਼ਾਂ ਦੇ ਵਿੱਚ ਤਵੱਜੋ ਪਾਈਏ ਤਾਂ ਅਸੀਂ ਰੂਹ ਦਾ ਫਲ ਜਿਹੜਾ ਹੈ ਉਹ ਸਾਨੂੰ ਖੁਦਗਰਜ਼ੀ ਤੋਂ ਕੱਢ ਕੇ ਫਰਾਖ ਦਿਲੀ 'ਚ ਲਿਆਏਗਾ। ਮਤਲਬ ਖੁੱਲ੍ਹਾ ਦਿਲ, ਯਾਨੀ ਉਹਨੂੰ ਸੈਲਫਲੈਸਨੈਸ ਦੇ ਵਿੱਚ ਲਿਆਏਗਾ ਬਜਾਏ ਦੇ। ਠੀਕ ਹੈ। ਇਹ ਥੋੜ੍ਹੀ ਜਿਹੀਆਂ ਆਇਤਾਂ ਕੁਝ ਪੜ੍ਹ ਦਿਓ,
ਦੇਖੋ ਜੀ ਇਹ ਵਰਸਸ ਹੀ ਸਾਨੂੰ ਦੱਸਦੀਆਂ ਨੇ ਹਨਾ। ਪਹਿਲਾ ਕਰੰਥੀਆਂ 10 ਦੀ 24, ਦੂਸਰਾ ਫਿਲਿੱਪੀਆਂ 2 ਦੀ 4, ਤੀਸਰਾ ਪਹਿਲਾ ਤਸੱਲੀਕਿਆਂ 5 ਦੀ 15 ਤੇ ਫਿਰ ਫਸਟ ਪੀਟਰ ਚੈਪਟਰ 3 ਵਰਸ 8। ਹਾਂਜੀ ਜੀ ਹਾਂਜੀ, ਆਪਾਂ ਪਹਿਲਾਂ ਪੜ੍ਹਦੇ ਹਾਂ ਜੀ, ਪਹਿਲਾ ਕਰੰਥੀਆਂ 10 ਦੀ 24। ਹਾਂਜੀ ਇਸ ਲਈ ਇੰਪੋਰਟੈਂਟ ਹੈ ਰੂਹ ਦਾ ਫਲ। ਹਾਂ, ਉਸ ਵਿੱਚ ਲਿਖਿਆ ਹੈ, ਕੋਈ ਆਪਣੇ ਹੀ ਨਹੀਂ ਸਗੋਂ ਦੂਏ ਦੇ ਭਲੇ ਲਈ ਯਤਨ ਕਰੇ। ਆਪਣੇ ਲਈ ਆਪਣੇ ਲਈ ਹੀ ਨਹੀਂ, ਹਾਂਜੀ, ਕਲਾ ਆਪਣੇ ਲਈ ਨਾ ਕਰੀ ਜਾ, ਦੂਸਰੇ ਦੇ ਲਈ ਵੀ ਕਰੇ। ਹਾਂਜੀ ਹਾਂਜੀ। ਫਿਰ ਉਸ ਤੋਂ ਬਾਅਦ ਆਪਾਂ ਹੈ ਜੀ ਫਿਲਿੱਪੀਆਂ 2 ਦੀ 4, ਉਹਦੇ ਵਿੱਚ ਹੈ ਜੀ, ਤੁਹਾਡੇ ਵਿੱਚੋਂ ਹਰੇਕ ਜਾਣਾ ਆਪਣੇ ਹੀ ਲਈ ਆਪਣੇ ਹੀ ਨਾਲ ਉੱਤੇ ਨਹੀਂ, ਸੌਰੀ, ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਹੀ ਹਾਲ ਉੱਤੇ ਨਹੀਂ ਸਗੋਂ ਦੂਸਰਿਆਂ ਦੇ ਹਾਲ ਉੱਤੇ ਵੀ ਨਿਗਾਹ ਕਰੇ। ਕਿੰਨੀ ਬਦਲ ਗਈ ਨਾ, ਪਹਿਲੇ ਯਾਰ ਮੇਰਾ ਫਾਇਦਾ ਹੋਵੇ, ਫਿਰ ਅੱਗੇ ਦੇਖੋ ਇਹ ਪਾਕ ਰੂਹ ਦਾ ਫਲ ਦੀ ਇੰਪੋਰਟੈਂਸ ਹੈਗੀ ਹੈ। ਹਾਂਜੀ ਬਿਲਕੁਲ ਜੀ ਬਿਲਕੁਲ। ਤੇ ਹੁਣ ਅਗਲਾ ਹੈ ਜੀ ਪਹਿਲਾ ਥੈਸਲਨੀਕੀਆਂ 5 ਦੀ 15 ਦੇ ਵਿੱਚ ਲਿਖਿਆ ਹੈ, ਵੇਖਣਾ ਕਿ ਕੋਈ ਕਿਸੇ ਨਾਲ ਬੁਰੇ ਦੇ ਵੱਟੇ ਬੁਰਾ ਨਾ ਕਰੇ, ਸਗੋਂ ਦੂਜੇ ਦੇ ਲਈ ਸਭਨਾਂ ਲਈ ਸਦਾ ਭਲਾਈ ਦੇ ਪਿੱਛੇ ਲੱਗੇ ਰਹਿਣ, ਬੁਰੇ ਦੇ ਬਦਲੇ ਬੁਰਾ ਨਾ ਕਰੋ। ਹਾਂਜੀ ਹੋ ਗਿਆ ਨਾ ਚੇਂਜ। ਹਾਂ ਹਾਂਜੀ ਹਾਂਜੀ। ਫਿਰ ਅਗਲਾ ਹੈ ਜੀ ਪਹਿਲਾ ਪਤਰਸ 3 ਦੀ 8 ਦੇ ਵਿੱਚ, ਉਹਦੇ ਵਿੱਚ ਵੀ ਪੜ੍ਹ ਲੈਂਦੇ ਹਾਂ ਜੀ। ਉਹਦੇ ਵਿੱਚ ਕੀ ਲਿਖਿਆ ਹੈ, ਪਹਿਲਾ ਪਤਰਸ 3 ਦੀ 8, ਹਾਂਜੀ, ਉਸ ਵਿੱਚ ਲਿਖਿਆ ਹੈ, ਗੱਲ ਕਾਦੀ ਯਾਰ, ਗੱਲ ਕਾਦੀ, ਹਾਂ ਹਾਂਜੀ, ਮਤਲਬ ਨਿਚੋੜ ਦੀ ਗੱਲ ਕਰ ਰਿਹਾ। ਤੁਸੀਂ ਭਾਵੇਂ ਇੱਕ ਮਨ ਹੋਵੋ, ਆਪੋ ਵਿੱਚ ਦਰਦੀ ਬਣੋ। ਹਾਂਜੀ, ਤੁਸੀਂ ਸਭੇ ਇੱਕ ਮਨ ਹੋਵੋ, ਆਪੋ ਵਿੱਚ ਦਰਦੀ ਬਣੋ, ਇੱਕ ਦੂਸਰੇ ਦੇ ਦਰਦ ਦੇ ਵਿੱਚ ਮਤਲਬ ਸ਼ਾਮਲ ਹੋ। ਹਾਂਜੀ, ਭਰਾਪਣ ਨਾਲ ਪ੍ਰੇਮ ਕਰੋ। ਹਾਂਜੀ, ਤੇ ਭਰਾ ਆਪਣੇ ਵਿੱਚ ਪ੍ਰੇਮ ਕਰੋ, ਤਰਸਵਾਨ ਅਤੇ ਮਨ ਦੇ ਹਲੀਮ ਹੋਵੋ। ਸੋ ਇਹ ਇੱਕ ਪਾਕ ਰੂਹ ਦਾ ਜਿਹੜਾ ਫਲ ਹੈ, ਉਹ ਸਾਡੇ 'ਚ ਇਹ ਚੀਜ਼ਾਂ ਪੈਦਾ ਕਰ ਦਿੰਦਾ। ਲਾਲਚ ਜਾਂ ਇਹੋ ਜਿਹੀਆਂ ਇੰਝ ਨਹੀਂ। ਠੀਕ ਹੈ, ਕੋਈ ਸਵਾਲ ਇਹਦੇ 'ਚ ਹੋਵੇ? ਨਹੀਂ ਜੀ, ਇਹ ਜਿਹੜੇ ਹੈਗੇ ਆ ਇਹ ਇੰਪੋਰਟੈਂਸ ਦੇ ਬਾਰੇ ਸੀ ਨਾ, ਕਿ ਕਿਉਂ ਜ਼ਰੂਰੀ ਹੈ ਜੀ। ਹਾਂ ਨਹੀਂ, ਇਹ ਬਹੁਤ ਜ਼ਰੂਰੀ ਹੈਗੀ ਹੈ ਜੀ, ਇਹ ਫਲਾਂ ਦਾ ਹੋਣਾ। ਔਰ ਯਿਸੂ ਨੇ ਵੀ ਕਿਹਾ, ਜਿਹਦੇ ਵਿੱਚ ਫਲ ਨਹੀਂ ਹੋਏਗਾ ਉਹ ਕੱਟ ਦਿੱਤਾ ਜਾਏ। ਪਹਿਲਾਂ ਕਰੰਥੀਆਂ 15 ਦੇ ਵਿੱਚ। ਹਾਂ, ਤੇ ਇਹ ਬਹੁਤ ਜ਼ਰੂਰੀ ਹੈਗੀਆਂ ਇਹ ਚੀਜ਼ਾਂ। ਔਰ ਪਰਮੇਸ਼ਰ ਬਣਾਉਂਦਾ ਹੈ, ਫਲਦਾਇਕ ਬਣਾਉਂਦਾ ਹੈਗਾ ਜੀ, ਉਹੀ ਸੋਚ। ਹਾਂਜੀ, ਉਹ ਯਿਸੂ ਕਹਿੰਦਾ ਨਾ, ਉਹ ਮੇਰਾ ਪਿਤਾ ਮਾਲੀ ਆ, ਉਹ ਕਾਂਡ ਛਾਂਟ ਵੀ ਕਰਦਾ ਆ ਤਾਂ ਕਿ ਹੋਰ ਫਲਦਾਇਕ ਹੋਵੋ। ਇਹ ਜਿਹੜੀ ਫਿਰ ਕਾਂਡ ਛਾਂਟ ਹੁੰਦੀ ਹੈ ਨਾ, ਲੌਂਗ ਸਫਰਿੰਗ, ਤੁਸੀਂ ਦੱਸਿਆ ਲੌਂਗ ਸਫਰਿੰਗ। ਹਾਂਜੀ, ਤੇ ਇਹ ਸਾਰੀ ਕਾਂਡ ਛਾਂਟ ਹੁੰਦੀ ਹੈਗੀ ਆ। ਤਕਲੀਫ ਥੋੜੀ ਹੁੰਦੀ ਹੈ ਨਾ। ਹਾਂਜੀ, ਉਹ ਡਾਣੀਆਂ ਕੱਟੀਆਂ ਜਾਣ। ਹਾਂ ਹਾਂਜੀ, ਪਹਿਲਾ ਕਰੰਥੀਆਂ 10 ਦੀ 13 ਵੀ ਹੈਗਾ। ਹਾਂਜੀ, ਤੇ ਉਹ ਬਹੁਤ ਵਧੀਆ ਹੈ, ਬਹੁਤ ਪਰਮੇਸ਼ਰ ਦਾ ਸ਼ੁਕਰ ਹੈ। ਇਸ ਲਈ ਇੰਪੋਰਟੈਂਟ ਨੇ। ਹਾਂ, ਔਰ ਇਹ ਹਰ ਇੱਕ ਨੂੰ, ਇਹ ਜੋ ਅੱਜ ਜਿਹੜੀ ਸਟੱਡੀ ਹੋਈ ਹੈ ਬਹੁਤ ਜ਼ਰੂਰੀ ਆ, ਵਧੀਆ ਸਟੱਡੀ ਹੈਗੀ। ਪਹਿਲੇ ਤਾਂ ਮੇਰੇ ਲਈ, ਫਿਰ ਤੁਹਾਡੇ ਲਈ ਵੀ ਹੋ ਸਕਦੀ। ਬਿਲਕੁਲ। ਅੱਛਾ, ਮੈਨੂੰ ਬਹੁਤ ਬਰਕਤ ਮਿਲੀ ਆ। ਹਾਂਜੀ, ਮੈਨੂੰ ਬਹੁਤ ਲੋੜ ਹੈ, ਸਭ ਨੂੰ ਲੋੜ ਹੈ। ਪਰ ਇਹ ਕਲਾਮ ਜਿਹੜਾ ਨਾ, ਦੋ ਧਾਰੀ ਤਲਵਾਰ ਹੈ। ਬਿਲਕੁਲ, ਯਾਨੀ ਜਿਹੜਾ ਸੁਣਾਉਂਦਾ ਹੈ, ਅਸੀਂ ਦੋਏ, ਸਾਨੂੰ ਵੀ ਕੱਟੇਗੀ ਤੇ ਜਿਹੜੇ ਸੁਣ ਰਹੇ ਨੇ ਉਹਨਾਂ ਨੂੰ ਕੱਟੇਗੀ, ਹੈ ਨਾ। ਪਹਿਲੇ ਤਾਂ ਸਾਡੇ ਤੋਂ, ਫਿਰ ਦੂਜਾ। ਇਹ ਛੱਡਦਾ ਨਹੀਂ ਖੁਦਾਵੰਦ ਦਾ ਕਲਾਮ। ਬਿਲਕੁਲ ਜੀ, ਜਿਸ ਹਾਲਤ ਦੇ ਜਿੱਥੇ ਵੀ ਹੈਗੇ ਆ, ਯਿਸੂ 'ਚ ਬਣੇ ਰਹਿਣਾ ਔਰ ਆਨੰਦ ਕਰਨਾ। ਹਾਂਜੀ, ਤੇ ਉਹ ਆਇਤਾਂ ਨੂੰ ਆਪਾਂ ਬਾਰ-ਬਾਰ ਸੁਣੀਏ, ਪੜ੍ਹੀਏ ਇਸ ਬਾਈਬਲ ਸਟੱਡੀ ਨੂੰ। ਹਰ ਇੱਕ ਦੇ ਲਈ ਅੱਜ ਕੱਲ੍ਹ ਜ਼ਿੰਦਗੀ ਦੇ ਵਿੱਚ ਹਰ ਇੱਕ ਦੇ ਮੁਸ਼ਕਿਲਾਂ ਪਰੇਸ਼ਾਨੀਆਂ ਹਨ, ਤੇ ਇਹ ਬੜੀ ਬਰਕਤ ਵਾਲੇ ਇਹ ਆਪਣੇ ਹੈਗੇ ਆ। ਹਾਂਜੀ, ਤੇ ਫਿਰ ਬੱਚਿਆਂ ਨੂੰ ਪਰਮੇਸ਼ਰ ਸਭ ਨੂੰ ਸਭ ਤੋਂ ਪਹਿਲਾਂ ਜੀ ਆਪ ਨੂੰ ਬਰਕਤ ਦੇਵੇ। ਔਰ ਸਾਰਾ ਜਲਾਲ, ਇੱਜ਼ਤ, ਬਜ਼ੁਰਗੀ, ਤੁਸੀਂ ਟਾਈਮ ਕੱਢ ਕੇ ਆਉਂਦੇ ਆ, ਔਰ ਇਹ ਬਹੁਤ ਸਭ ਨੂੰ ਮੈਨੂੰ ਤਾਂ ਬਰਕਤ ਮਿਲਦੀ। ਮੈਂ ਆਪਣੇ ਲਾਲਚ ਹੀ ਆਉਣਾ ਕਿ ਕਿੰਨੀ ਬਰਕਤ ਮਿਲਦੀ ਹੈ। ਬਿਲਕੁਲ ਜੀ, ਬਿਲਕੁਲ। ਹਾਂਜੀ, ਆਪਾਂ ਬਾਈਬਲ ਫਿਨਿਸ਼ ਕਰਦੇ ਸਟੱਡੀ ਇੱਥੇ ਨੂੰ। ਪਰਮੇਸ਼ਰ ਪਿਤਾ,
ਆਪ ਦੇ ਵਚਨ ਦੇ ਲਈ, ਅੱਜ ਦੇ ਵਚਨ ਦੇ ਲਈ ਜੋ ਅਸੀਂ ਪੜ੍ਹਿਆ, ਸੁਣਿਆ, ਸਿੱਖਿਆ, ਸਮਝਿਆ, ਇਸ ਦੇ ਲਈ ਆਪ ਦਾ ਸ਼ੁਕਰ ਕਰਦੇ ਹਾਂ ਪਰਮੇਸ਼ਰ ਪਿਤਾ। ਇਹ ਵਚਨ ਸਾਡੇ ਅੰਦਰ ਬਣਿਆ ਰਹੇ, ਵਸਿਆ ਰਹੇ ਪਰਮੇਸ਼ਰ ਪਿਤਾ, ਔਰ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਕੰਮ ਕਰੇ, ਔਰ ਅਸੀਂ ਇਸ ਵਚਨ ਨੂੰ ਯਾਦ ਰੱਖੀਏ ਪਰਮੇਸ਼ਰ ਪਿਤਾ ਕਿ ਆਪ ਪਰਮੇਸ਼ਰ ਪਿਤਾ, ਆਪ ਦਾ ਜੋ ਵਚਨ ਹੈ ਇਹ ਪਰਮੇਸ਼ਰ ਪਿਤਾ ਸਾਡੇ ਲਈ ਰੌਸ਼ਨੀ ਬਣੇ ਪਰਮੇਸ਼ਰ ਪਿਤਾ। ਔਰ ਆਪ ਦਾ ਸ਼ੁਕਰ ਕਰਦੇ ਹਾਂ ਇਹ ਸਾਰੇ ਵਚਨ ਨੂੰ ਯਿਸੂ ਮਸੀਹ ਦੇ ਪਵਿੱਤਰ ਲਹੂ ਵਿੱਚ ਢੱਕਦੇ ਹਾਂ, ਤਾਂ ਕਿ ਇਸ ਵਿੱਚ ਸ਼ੈਤਾਨ ਕੋਈ ਹੇਰਾਫੇਰੀ ਨਾ ਕਰ ਸਕੇ, ਕੋਈ ਚੋਰੀ ਨਾ ਕਰ ਸਕੇ ਪਰਮੇਸ਼ਰ ਪਿਤਾ। ਔਰ ਜੋ ਵੀ ਸੁਣੇ ਇਹ ਬਰਕਤ ਪਾਵੇ ਪਰਮੇਸ਼ਰ ਪਿਤਾ। ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀ ਦਾਤਾ ਯਿਸੂ ਮਸੀਹ ਦੇ ਨਾਮ ਵਿੱਚ, ਆਮੀਨ।